सिख धर्म की हर गतिविधि ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। श्री नानक पाद पंकज बंदन पाद पंकज बंदन सिमरो अंगद कंदन गुरदास हृदय श्री गुरु रामदास गुण गाओ गुरु अर्जन के नाशक विघ्नन के श्री हर गोविंद सुभ सुमत प्रकाशक श्री हर राय जोरी नमो कर जोरी मनाओ बहु गुर तेग बहादुर परम बालाजी परम बाला श्री गुरु गोबिंद सिंह तरु तरा तर पुन पुन साजी बंदों बार बार जगदीशा जिसमें है अमृत ज्ञान है मानक भगत बैरा विघ्न विनाशन सोए वाहिगुरु जी की है वाहिगुरु जी का खालसा वाहिगुरु जी की फतेह। पतित पावन दान जुग जुग अटल 10 गुरु साहिबान स्वरूप कलयुगी जीवन ਨੂੰ ਤਾਰਨ ਹਾਰੀ जगत गुरु शब्द
ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਤਿੰਨਾਂ ਦੇ ਚਰਨ ਛੋਹ ਪਵਿੱਤਰ ਇਤਿਹਾਸਕ ਅਸਥਾਨ ਸ੍ਰੀ ਛੇਹਰਟਾ ਸਾਹਿਬ ਜੀ ਵਿਖੇ ਦੂਰ ਨੇੜੇ ਤੋਂ ਚੱਲ ਕਰਕੇ ਆਪ ਸਮੂਹ ਸੰਗਤ ਯਾਤਰਾ ਕਰ ਰਹੇ ਹੋ, ਸਤ ਸੰਗਤ ਸੇਵਾਵਾਂ ਕਰ ਰਹੇ ਹੋ। ਗਰੀਬ ਨਿਵਾਜ ਸਭਨਾਂ ਦੀ ਹਾਜ਼ਰੀ, ਸਭਨਾਂ ਦੀ ਯਾਤਰਾ ਸਫਲੀ ਕਰਨ, ਅਰਦਾਸ ਪ੍ਰਵਾਨ ਕਰਨ। ਆਓ, ਸਮਾਂ ਹੋ ਚੁੱਕਾ ਹੈ ਸ਼ਾਮ ਦੀ ਕਥਾ ਦਾ, ਔਰ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਸਭ ਤੋਂ ਪਹਿਲਾਂ ਅਸੀਂ ਗੁਰ ਇਤਿਹਾਸ ਲੜੀਵਾਰ ਗੁਰੂ ਜੀਵਨ ਸਰਵਣ ਕਰਦੇ ਹਾਂ। ਔਰ ਨਾਲ ਕੁਝ ਜਿਹੜੇ ਬਚਨ ਹਨ ਉਹ ਰੱਖੜੀ ਦੇ ਸੰਬੰਧ ਵਿੱਚ, ਰਕਸ਼ਾ ਬੰਧਨ ਕੀ ਹੈ ਉਹਦੇ ਸੰਬੰਧ ਵਿੱਚ ਵੀ ਜ਼ਰੂਰ ਸਾਂਝੇ ਕਰਾਂਗੇ, ਕਿਉਂਕਿ ਵਿਚਾਰ ਤਾਂ ਸੀਗਾ ਕਿ ਚਲੋ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਆਪਾਂ ਇਹ ਬਚਨ ਸਾਂਝੇ ਕਰਾਂਗੇ, ਪਰ ਕੱਲ੍ਹ ਨੂੰ ਤਾਂ ਜਿਹੜਾ ਤਿਉਹਾਰ ਹੈ ਜਾਂ ਦਿਨ ਹੈ ਸ਼ਾਮ ਵੇਲੇ ਤੱਕ ਤਾਂ ਲੰਘ ਚੁੱਕਾ ਹੋਏਗਾ। ਇਸ ਕਰਕੇ ਹੀ ਆਪਾਂ ਕੁਝ ਕੁ ਬਚਨ ਲਾਸਟ ਦੇ ਵਿੱਚ ਇਸ ਇਤਿਹਾਸ ਦੇ ਨਾਲ, ਇਸ ਤਿਉਹਾਰ ਦੇ ਨਾਲ ਜੁੜੇ ਹੋਏ ਸਰਵਣ ਕਰਾਂਗੇ। ਰਹੋ ਵਿਚਾਰ। ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਚੱਲ ਰਿਹਾ ਹੈ, ਔਰ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਸਨ, ਤੇ ਬਾਦਸ਼ਾਹ ਦੀ ਬਹੁਤ ਵੱਡੀ ਫੌਜ ਨੇ 6ਵੇਂ ਪਾਤਸ਼ਾਹ ਜੀ ਦੇ ਉੱਪਰ ਹਮਲਾ ਕੀਤਾ ਹੈ, ਤੇ ਚੌਥਾ ਬਹੁਤ ਵੱਡਾ ਭਿਆਨਕ ਯੁੱਧ ਹੋਇਆ ਹੈ, ਜੰਗ ਹੋਇਆ ਹੈ। ਔਰ ਸਵਾ ਕੋ ਪੈਰ ਰਹਿੰਦੀ ਸੀਗੀ ਜਦੋਂ ਇਹ ਜੰਗ ਆਰੰਭ ਹੋਇਆ, ਤੇ ਸ਼ਾਮ ਵੇਲੇ ਤੱਕ ਜੰਗ ਜਿਹੜਾ ਹੈ ਉਹ ਸਿਖਰਾਂ ਤੇ ਪਹੁੰਚਿਆ, ਜੰਗ ਅੰਤ ਹੋਇਆ ਜੰਗ ਦਾ। ਔਰ ਇਹ ਜੰਗ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲੱਖ ਦੇ ਕਰੀਬ ਫੌਜ ਦੇ ਨਾਲ ਹੈ, ਯੁੱਧ ਕੀਤਾ ਹੈ, ਤੇ ਦੁਸ਼ਮਣਾਂ ਦੇ ਜਿਹੜੇ ਜਰਨੈਲ ਸਨ, ਅਨਵਰ ਖਾਂ, ਪੈਂਦੇ ਖਾਂ, ਅਸਮਾਨ ਖਾਂ, ਕੁਤਬ ਖਾਂ, ਔਰ ਅਖੀਰ ਦੇ ਵਿੱਚ ਕੱਲ੍ਹ ਦੇ ਦੀਵਾਨ ਦੇ ਵਿੱਚ ਆਪ ਸਮੂਹ ਸੰਗਤ ਨੇ ਇੱਕੋ ਇੱਕ ਫੌਜ ਦਾ ਆਖਰੀ ਜਰਨੈਲ ਕਾਲੇ ਖਾਂ, ਉਹਦਾ ਸਤਿਗੁਰਾਂ ਬਹੁਤ ਵੱਡਾ ਟਾਕਰਾ ਹੋਇਆ ਹੈ। ਇਹ ਜਿਹੜੇ 5 ਜਰਨੈਲ ਸਨ, 5 ਜਰਨੈਲਾਂ ਦੇ ਵਿੱਚੋਂ 3 ਜਰਨੈਲ ਤਾਂ ਇੱਕ ਸਤਿਗੁਰੂ ਜੀ ਮੈਦਾਨ ਦੇ ਵਿੱਚ ਆਏ ਹਨ। ਸਾਰਾ ਦਿਨ 6ਵੇਂ ਪਾਤਸ਼ਾਹ ਜੀ ਨੇ ਜੰਗ ਕੀਤਾ ਹੈ, ਕਿਉਂਕਿ ਵਿਰੋਧੀਆਂ ਦੀ ਗਿਣਤੀ ਬਹੁਤ ਵੱਡੀ ਹੈ, ਤੇ ਸਤਿਗੁਰੂ ਜੀ ਵੀ ਅੱਗੇ ਆ ਗਏ। ਔਰ ਫਿਰ ਅਖੀਰ ਦੇ ਵਿੱਚ ਕਾਲੇ ਖਾਨ ਨੇ ਲਲਕਾਰਿਆ ਸੀਗਾ, ਪਾਤਸ਼ਾਹ ਮੇਰੇ ਕੋਲ ਵੀ ਸ਼ਸਤਰ ਵਿਦਿਆ ਬਹੁਤ ਤਗੜੀ ਹੈ, ਮੈਂ ਫੌਜ ਦਾ ਮੁਖੀ ਹਾਂ, ਸਤਿਗੁਰੂ ਜੀ ਮੇਰੇ ਨਾਲ ਜੰਗ ਕਰੋ। ਪਾਤਸ਼ਾਹ ਜੀ ਨੇ ਦਾ ਕੋਈ ਤੀਰ ਪਾਤਸ਼ਾਹ ਜੀ ਨੂੰ ਨਹੀਂ ਲੱਗਿਆ, ਪਾਤਸ਼ਾਹ ਜੀ ਨੇ ਮੌਕਾ ਦਿੱਤਾ, ਇਹ ਕਾਲੇ ਖਾਂ ਪਹਿਲਾਂ ਤੂੰ ਵਾਰ ਕਰ। ਤੇ ਦੂਸਰੀ ਵਾਰ ਜਦੋਂ ਘੋੜੇ ਤੋਂ ਥੱਲੇ ਡਿੱਗ ਪਿਆ ਸੀ ਕਾਲੇ ਖਾਂ ਨੇ ਫਿਰ ਇੱਕ ਬੇਨਤੀ ਕੀਤੀ, ਕਹਿਣ ਲੱਗੇ ਆ, ਹੇ ਪਾਤਸ਼ਾਹ ਤੁਸੀਂ ਘੋੜੇ ਤੇ ਸਵਾਰ ਹੋ ਤੇ ਤਲਵਾਰ ਦੇ ਨਾਲ ਥੱਲੇ ਕੇ ਮੇਰੀ ਇੱਛਾ ਹੈ ਮੇਰੇ ਨਾਲ ਜੰਗ ਕੀਤਾ ਜਾਏ। ਕਾਲੇ ਖਾਨ ਨੂੰ ਪਾਤਸ਼ਾਹ ਜੀ ਨੇ ਆਖਿਆ, ਹੇ ਕਾਲੇ ਖਾਂ ਤੇਰੀ ਕੋਈ ਵੀ ਇੱਛਾ ਅਧੂਰੀ ਨਹੀਂ ਰਹਿਣ ਦਿੱਤੀ ਜਾਏਗੀ, ਜਿਸ ਤਰ੍ਹਾਂ ਤੂੰ ਕਹੇਂਗਾ ਉਸੇ ਤਰ੍ਹਾਂ ਹੀ ਜੰਗ ਹੋਏਗਾ। ਕਾਲੇ ਖਾਂ ਜਦੋਂ ਤਲਵਾਰ ਪਕੜ ਕੇ 6ਵੇਂ ਪਾਤਸ਼ਾਹ ਜੀ ਦੇ ਕੋਲ ਆਇਆ, ਲਲਕਾਰਿਆ, ਇਹ ਸਤਿਗੁਰੂ ਜੀ ਠੀਕ ਹੈ ਬੜੀ ਵਾਰ ਤੁਸੀਂ ਜੰਗ ਕੀਤੀ ਹਨ, ਪਰ ਆਪਣੇ ਸਾਹ ਲੈ ਕਰਕੇ, ਪ੍ਰਾਣ ਲੈ ਕਰਕੇ, ਜਾਨ ਲੈ ਕਰਕੇ ਪਿੱਛੇ ਨਹੀਂ ਹਟੋਗੇ, ਮੈਂ ਤੁਹਾਨੂੰ ਜੰਗ ਦੇ ਮੈਦਾਨ ਦੇ ਵਿੱਚ
क्या कहन लगे, हे काले खां, तेरे पहले जिहड़े जरनैल सन उन्होंने भी इस तरह ही किया, ते पिछे जिहड़ियां जंगां सी पहलां कीतियां तां कोई भी नहीं ते अड़ना। काले खान ने सह पातशाह धन गुरु हरगोबिंद ਸਾਹਿਬ जी पर 2 वार तलवारां दे नाल तगड़े कीते, फिर वार किया है, सतगुरां ने रोकिया ते गरीबन आवाज सह पातशाह धन गुरु हरगोबिंद ਸਾਹਿਬ जी ने फिर एक दा ला करके पहलां तां काले खान दे मत्थे दे विच ढाल दा थोड़ा जिहा वार किया है। एक वारी जिहड़ा काले खां उहदा बैलेंस विगड़िया है, थोड़ा जिहा डावाडोल होया है, ते सतगुरां ने नाल ही फिर सीधा वार सिर तो लै करके पैरां वाले पैरां तक एक ऐसा वार किया, सीधी तलवार करके काले खान का जिहड़ा शरीर है सीधे का सीधा 2 भागां दे विच चीरिया गया है। 6वें पातशाह धन गुरु हरगोबिंद ਸਾਹਿਬ जी ने तलवार बांह दे विच सारा जोर भर के ऐसा टिका के वार किया है कि काले खान का शरीर तो चीरिया ही गया है। ये जिहड़ी तलवार है कवि काले खान का शरीर चीर के ते थल्ले है, और दूसरे पासे ज्यों ही खान का शरीर टुकड़े टुकड़े होकर के 2 फांगड़ हो करके जिस तरह अजे धरती ते डिग्या है तड़प रहा है शरीर, उधर सिखा ने जित दे निगारे वजा दिते, क्योंकि एको जरनैल सीगा, कुछ को दाले दे नाल बचिया होया सीगा, ते 6वें पातशाह जी के हथों जदों वो भी मारिया गया है तो गुरु की फौज के जित के नगारे वज गए, और इधर सिख जयकारी ला रहे हैं। उधर काले खां के जिहड़े कुछ को साथी बच गए सन, वो काली दे नाल पिछे दौड़ गए, तो सह पातशाह धन गुरु हरगोबिंद ਸਾਹਿਬ जी की जिस तरह पिछले 3 जंगां दे विच बहुत वड्डी जित हुई है, उस तरह फिर 6वें पातशाह जी की चौथी जंग दे विच भी करतारपुर साहिब की धरती ते बहुत वड्डी जित हुई है। सतगुरु जी चौथा जंग भी जित गए हैं। शाम का वेला हो गया है, और हुण सतगुरां ने हुक्म किया कि जिहड़े साडे जरनैल बहादुर योद्धे जंग के मैदान विच सत्कारयोग सिख भी मारे गए हैं, शहीद हो गए हैं, जिन्हां दे विच भाई लखू कि सिख सैनिक सैनापति साहब, वो भी जंग के मैदान के शहीद होए। भाई चंद ते भाई मेहरा जी जरनैल 5 जरनैल बादशाह दे मारे मर गया है। जरनैल सतगुरु धन गुरु हरगोबिंद ਸਾਹਿਬ जी ਦੇ वाले पासों भी जंग के मैदान ਦੇ ਵਿੱਚ होया। सतगुरां ने जी नूं होर सिखां नूं हुक्म किया है, कहन लगे जाओ सिखां दे जिहड़े शरीर हन साडे पतियां दे सत्कार सहित उठा के बालन इकट्ठा करके उन्हां दे शरीर भेट हुण गुरु के सिख गए, जिहड़ी होर संगत है वो आई है। इन्हां ने फिर जिहड़े शरीर सन जंग के मैदान दे विच बिखरे पे उन्होंने इकट्ठिया किया है, उन्होंने अंतिम क्रिया की है। और उधर शाम के वेले करतारपुर साहिब जी के दुआले दुआले शरीरों के ढेर लगे पे सन, टुकड़े टुकड़े होए पे सन। बहुत भयानक तरीके नाल जंग होया है कि जंगली जिहड़े जानवर सन वो आए, वो किसी के शरीर नूं खिंच रहे हैं, किसी के धड़ दे नालों वख पे जिहड़े अंग उन्होंने मूँह दे विच पा करके जंगलों वाले पासे दौड़ रहे हैं, ते कई पंछी शरीर के अंग चुक चुक के आकाश नूं उड़ रहे हैं, ते जिहड़ी जमीन है वो लहू दे नाल सिंजी पई है।
ਔਰ ਕਈਆਂ ਥਾਵਾਂ ਤੇ ਐਸਾ ਮਾਹੌਲ ਹੋਇਆ ਥੱਲੇ ਧਰਤੀ ਦਾ ਕਿ ਜਿਸ ਤਰ੍ਹਾਂ ਮੀਂਹ ਪੈਣ ਤੋਂ ਬਾਅਦ ਵਿੱਚ ਚਿੱਕੜ ਹੋ ਜਾਂਦਾ ਹੈ, ਕਈਆਂ ਲਹੂ ਦੇ ਨਾਲ ਥੱਲੇ ਮਿੱਟੀ ਦੇ ਵਿੱਚ ਦੀ ਤਰ੍ਹਾਂ ਪਏ ਹਨ, ਯੋਧਿਆਂ ਦੇ ਸਰੀਰ ਪਏ ਹਨ। ਫਿਰ ਪਾਤਸ਼ਾਹ ਜੀ ਨੇ ਹੁਕਮ ਵੀ ਕੀਤਾ ਕਿ ਕੋਈ ਭਾਈ ਪਿਆ ਹੈ ਤੇ ਕੋਈ ਬਦਬੂ ਆਏਗੀ, ਭਿਆਨਕ ਕੋਈ ਬਿਮਾਰੀ ਫੈਲ ਜਾਏਗੀ, ਇਸ ਕਰਕੇ ਸਫਾਈ ਕੀਤੀ ਜਾਵੇ, ਸਾਰਾ ਕੁਝ ਸੰਭਿਆ ਜਾਏ। ਗੁਰੂ ਕੇ ਸਿੱਖਾਂ ਨੇ, ਸੰਗਤਾਂ ਨੇ ਫਿਰ ਇੱਥੇ ਇਹ ਹੰਕਾਰੀ ਜਿਹੜੀ ਬਹੁਤ ਵੱਡੀ ਫੌਜ ਜਿਨ੍ਹਾਂ ਨੇ ਛੇਵੇਂ ਪਾਤਸ਼ਾਹ ਜੀ ਦੇ ਉੱਪਰ ਹਮਲਾ ਕੀਤਾ ਹੈ, ਸਤਿਗੁਰਾਂ ਦੀ ਜਿੱਤ ਹੋਈ ਹੈ ਔਰ ਇਹਨਾਂ ਦੇ ਸਰੀਰ ਵੀ ਸਾਂਭੇ ਗਏ ਹਨ। ਆਓ ਇਸ ਤੋਂ ਅਗਲੇਰੇ ਜਿਹੜਾ ਇਤਿਹਾਸ ਹੈ ਉਹ ਭਾਵਨਾ ਦੇ ਨਾਲ ਸਰਵਣ ਕਰਦੇ ਹਾਂ। ਇੱਕ ਵਾਰੀ ਸਾਰੀ ਸੰਗਤ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦੇ ਹੋਏ ਫਤਿਹ ਬੁਲਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਨੋਂ ਦਿਸ਼ ਤੇ ਲਰ ਲਰ ਮਰੇ, ਕਹਿਣ ਲੱਗੇ ਕਿ ਦੋਨਾਂ ਪਾਸਿਓਂ ਤੋਂ ਹੀ, ਦੋਨੋਂ ਦਿਸ਼ ਤੇ ਲਰ ਲਰ ਮਰੇ। ਦੋਵਾਂ ਦਿਸ਼ਾਂ ਦੇ ਵਿੱਚੋਂ ਸੂਰਮਿਆਂ ਨੂੰ ਬੜਾ ਆਪਣੀ ਯੁੱਧ ਵਿਦਿਆ ਦਾ ਮਾਣ ਸੀਗਾ। ਉਹ ਅੱਗੇ ਹੋ ਕੇ ਲੜੇ ਹਨ, ਬਹੁਤ ਵੱਡਾ ਜੰਗ ਹੋਇਆ ਹੈ। ਸਤਿਗੁਰ ਬਿਨਾ ਕੌਣ ਵਸ ਕਰੇ, ਔਰ ਸਾਰੇ ਪਾਸੇ ਇਸ ਤਰ੍ਹਾਂ ਦੀ ਚਰਚਾ ਹੋ ਰਹੀ ਹੈ ਕਿ ਸਤਿਗੁਰਾਂ ਦੇ ਕੋਲ ਗਿਣਤੀ ਦੇ ਵਿੱਚ ਬਹੁਤਾ ਵੱਡਾ ਦਲ ਨਹੀਂ ਹੈ ਤੇ ਉਧਰ ਲੱਖ ਦੇ ਬਾਦਸ਼ਾਹ ਸੀ ਨੇ ਬਹੁਤ ਤਗੜੀ ਸੈਨਾ ਦਾ ਮੁਕਾਬਲਾ ਕੀਤਾ ਹੈ। ਇਹ ਸਤਿਗੁਰਾਂ ਦਾ ਆਸ਼ੀਰਵਾਦ ਸੀਗਾ, ਪਾਤਸ਼ਾਹ ਜੀ ਦਾ ਹੌਸਲਾ ਸੀਗਾ, ਦੇ ਨਾਲ ਹੀ ਇਹ ਸਾਰਾ ਕੁਝ ਹੋ ਸਕਦਾ ਹੈ। ਅਸ ਕਰੇ ਗੁਰੂ ਕਿਰਪਾ ਬਿਨਾ ਕਿਵੇਂ ਏਡਾ ਵੱਡਾ ਕਾਰਜ ਹੋ ਸਕਦਾ ਹੈ। ਕਈ ਮਾਸ ਲੋ ਕਈ ਮਕਈ, ਇਸੇ ਤਰ੍ਹਾਂ ਸਰੀਰ ਜਿਹੜਾ ਕੱਪੜੇ ਇੱਥੇ ਖਿਲਰੇ ਰਹਿਣਗੇ, ਇੰਨੀ ਦੂਰ ਤੱਕ ਜੰਗ ਹੋਇਆ ਹੈ। ਅਸਤੀ ਬ੍ਰਿੰਦ ਪਰੇ ਦ੍ਰਿਸ਼ਟਾ ਹੈ, ਔਰ ਕਈ ਮਹੀਨਿਆਂ ਤੱਕ ਸਰੀਰ ਖਿਲਰੇ ਪਏ ਹਨ। ਚਲੋ ਸਰੀਰਾਂ ਨੂੰ, ਮਾਸ ਨੂੰ ਤਾਂ ਕਈ ਵਾਰੀ ਜੀਵ ਜੰਤੂ ਵੀ ਖਾ ਜਾਣਗੇ, ਪਰ ਜਿਹੜੀਆਂ ਹੱਡੀਆਂ ਹਨ ਇਹਨਾਂ ਨੂੰ ਚੁੱਕਦਿਆਂ ਕਈ ਮਹੀਨੇ ਲੱਗ ਜਾਣਗੇ, ਦੂਰ ਤੱਕ ਇਹ ਖਿਲਰੀਆਂ ਪਈਆਂ ਹਨ। ਕਹਿਣ ਲੱਗੇ ਇੰਨਾ ਭਿਆਨਕ, ਇੰਨਾ ਤਗੜਾ ਜਿਹੜਾ ਮੁਕਾਬਲਾ ਹੋਇਆ ਹੈ ਕਿ ਯੋਧਿਆਂ ਦੇ ਸਰੀਰ ਦੂਰ ਤੱਕ ਬਿਖਰੇ ਪਏ ਹਨ। ਭਈ ਗਿਲਾਨ, ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਰਾ ਜੰਗ ਦਾ ਮੈਦਾਨ ਚੱਲ ਕੇ ਦੇਖਿਆ ਹੈ, ਸ਼ਾਂਤ ਹੋਏ ਹਨ ਪ੍ਰਾਤ ਲੋ ਠਾਨ, ਔਰ ਜਾਣਦੇ ਹਨ ਕਿ ਰਾਤ ਤੱਕ, ਕੱਲ ਸਵੇਰ ਤੱਕ ਸਾਰੇ ਸਰੀਰ ਬਦਬੂਦਾਰ ਹੋ ਜਾਣਗੇ। ਰਹਿਓ ਨਾ ਜਾਏ ਨਗਰ ਕੇ ਮਾਹੀ, ਔਰ ਨਗਰ ਵਾਸੀਆਂ ਦਾ ਰਹਿਣਾ, ਆਸ-ਪਾਸ ਪਿੰਡਾਂ ਦਾ ਇੱਥੇ ਵਿਚਰਨਾ ਮੁਸ਼ਕਲ ਹੋ ਜਾਏਗਾ। ਉਹਨਾਂ ਦੇ ਕੋਲੋਂ ਇੱਥੇ ਰਿਹਾ ਨਹੀਂ ਜਾਏਗਾ, ਕੋਈ ਬਹੁਤ ਵੱਡਾ ਨੁਕਸਾਨ ਹੋ ਜਾਏਗਾ। ਕੁਛ ਉਪਾਏ ਜਿਸ ਕੋ ਹੋਏ ਨਾਹੀ, ਤੇ ਬਾਅਦ ਵਿੱਚ ਫਿਰ ਕੋਈ ਉਪਾਅ ਨਹੀਂ ਹੋਏਗਾ। ਕਈ ਵਾਰੀ ਸਰੀਰ ਫੈਲ ਜਾਂਦੀ, ਕੋਈ ਭਿਆਨਕ ਬਿਮਾਰੀ ਫੈਲ ਜਾਂਦੀ ਹੈ। ਇਸ ਕਰਕੇ ਸਤਿਗੁਰਾਂ ਨੇ ਹੁਕਮ ਕਰਕੇ ਸਾਰਾ ਪ੍ਰਬੰਧ ਕੀਤਾ ਹੈ। ਜਿੱਥੇ ਸਿੱਖਾਂ ਦੇ ਸਰੀਰ ਸੰਭਾਲੇ ਗਏ ਹਨ, ਉੱਥੇ ਇਹ ਜਿਹੜੇ ਤੁਰਕ ਸਨ, ਇਹ ਜਿਹੜੇ ਇਹਨਾਂ ਦੇ ਸਰੀਰ ਵੀ ਸਾਂਭੇ ਗਏ ਹਨ। ਇਕ ਤਾਂ ਇਹ ਕਾਰਨ ਮਨ ਜਾਣਾ, ਔਰ ਇੱਕ ਤਾਂ ਇਹ ਕਾਰਨ ਸਤਿਗੁਰਾਂ ਨੇ ਜਾਣਿਆ ਹੈ ਕਿ ਸਰੀਰ ਜਿਹੜੇ ਹਨ ਦੂਰ ਤੱਕ ਖਿਲਰੇ ਪਏ ਹਨ। ਸਹਿਬ ਪਾਤਸ਼ਾਹ ਜੀ ਵਿਚਾਰ ਕਰਦੇ ਹਨ। ਦੁਤੀਏ ਬੁੱਢਣ ਸ਼ਾਹ ਪਛਾਨਾ, ਔਰ ਦੂਸਰਾ ਕਰਤਾਰਪੁਰ ਸਾਹਿਬ ਜੀ ਦਾ ਕਹਿਣ ਲੱਗੇ ਕਿ ਹੁਣ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਹੁਤ ਵੱਡਾ ਤਪਸਵੀ, ਇੱਕ ਮਹਾਤਮਾ, ਇੱਕ ਸੰਤ
ਜਿਹਨੇ ਕਦੇ ਸਾਹਿਬ ਜੀ ਦੇ ਵੀ ਨਾਨਕ ਸਾਹਿਬ ਜੀ ਇਤਿਹਾਸ ਦੇ ਵਿੱਚ ਨਾਮ ਉਹਦਾ ਹੈ ਬਾਬਾ ਬੁੱਢਣ ਕੁਝ ਜਿਹੜੇ ਸਾਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਵੀ ਮੌਜੂਦ ਸਨ ਔਰ ਪਾਤਸ਼ਾਹ ਜੀ ਤੱਕ ਵੀ ਉਹਨਾਂ ਕਰਦੇ ਰਹੇ ਸਨ ਔਰ ਛੇਵੇਂ ਪਾਤਸ਼ਾਹ ਜੀ ਤੱਕ ਉਮਰ ਸੀਗੀ। ਔਰ ਇੱਕ ਹੋਰ ਸਰੀਰ ਦਾ ਜ਼ਿਕਰ ਮਿਲਦਾ ਹੈ ਜਿਹਦਾ ਨਾਮ ਹੈ ਬਾਬਾ ਬੁੱਢਣ ਸ਼ਾਹ। ਬਹੁਤ ਵੱਡਾ ਤਪਸਵੀ ਸੀਗਾ ਗੁਰੂ ਸਨ ਤੇ ਇਹਨੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਬਹੁਤ ਵੱਡਾ ਔਰ ਸਾਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਫੇਰਾ ਇਹਨੇ ਦੁੱਧ ਅੱਗੇ ਰੱਖਿਆ ਸੀ, ਹੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੁੱਧ ਛਕੋ। ਤੇ ਸਤਿਗੁਰਾਂ ਨੇ ਬਚਨ ਕੀਤਾ ਸੀਗਾ ਸ਼ਾਹ। ਇਹਨੇ ਫਿਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਸੀ ਮੇਰੀ ਪਹਾੜਾਂ ਦੇ ਵਿੱਚ ਉੱਪਰ ਤੇ ਹੁਣ ਦੁੱਤੀ ਹੈ ਬੁੱਢਣ ਸ਼ਾਹ ਪਛਾਨਾ। ਸਾਹਿਬ ਪਾਤਸ਼ਾਹ ਸਾਹਿਬ ਜੀ ਅੰਤਰਜਾਮੀ ਦਾ ਅੰਤ ਵੇਲਾ ਹੈ ਔਰ ਉਹ ਧਿਆਨ ਟਿਕਾ ਰਿਹਾ ਹੈ। ਹੇ ਗੁਰੂ ਨਾਨਕ ਸਾਹਿਬ ਜੀ ਛੇਵੇਂ ਸਰੀਰ ਦੇ ਵਿੱਚ ਤੁਸੀਂ ਵਾਅਦਾ ਕੀਤਾ ਸੀਗਾ ਆ ਕਰਕੇ ਦਰਸ਼ਨ ਦਿਓਗੇ, ਮੇਰੀ ਕੀਤੀ ਜਾਏ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਨਾਨਕ ਸਾਹਿਬ ਆਪਾਂ ਇੱਕ ਸ਼ਬਦ ਪੜ੍ਹਦੇ ਹਾਂ, ਜੋਤ ਓਹਾ ਜੁਗਤ ਸਾਏ ਸੰਕਾਇ ਕਿ ਜੋਤ ਉਹੀ ਹੈ, ਸਰੀਰ ਵੱਖਰੇ ਵੱਖਰੇ ਸਤਿਗੁਰੂ ਜੀ ਧਾਰਨ ਕਰ ਰਹੇ ਹਨ। ਤੇ ਹੁਣ ਛੇਵੇਂ ਪਾਤਸ਼ਾਹ ਜੋਤ ਉਹੀ ਹੈ, ਛੇਵੇਂ ਸਰੀਰ ਦਾ ਕਦੀ ਪਰ ਉਪਦੇਸ਼ ਵਿਚਰ ਧਾਰਨਾ ਇੱਕੋ ਤਰ੍ਹਾਂ ਦਾ ਹੀ ਹੈ। ਕਹਿਣ ਲੱਗੇ ਕਿ ਹੁਣ ਛੇਵੇਂ ਸਰੀਰ ਦੇ ਵਿੱਚ ਬਾਬਾ ਬੁੱਢਣ ਸ਼ਾਹ ਤਿਸ ਕੀ ਆਸਾ ਪੂਰਨ ਹੇਤਾ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉਹਦੀ ਆਸਾ ਪੂਰਨ ਕਰਨ ਲੱਗੇ ਹਨ। ਚੜਨ ਚਾਹਿਓ ਗੁਰ ਕਿਰਪਾ ਨਿਕੇਤ ਔਰ ਬਚਨ ਕੀਤਾ ਸਿੱਖਾਂ ਦੇ ਨਾਲ ਕਿ ਭਾਈ ਚਲੋ ਹੁਣ ਪਹਾੜਾਂ ਨੂੰ ਚੜੀਏ। ਮੈਂ ਪਹਾੜਾਂ ਦੇ ਵਿੱਚ ਅਸੀਂ ਜਾਣਾ ਹੈ, ਬਹੁਤ ਵੱਡਾ ਸਾਡਾ ਉੱਥੇ ਕਾਰਜ ਹੈ। ਔਰ ਤੀਸਰੀ ਗੱਲ ਇਹ ਹੈ ਕਿ ਨੇੜੇ ਦੇ ਜਿਹੜੇ ਨਗਰ ਸਨ ਤ੍ਰਿਤੀਏ ਜੇਤਕ ਗ੍ਰਾਮ ਸਮੀਪ ਸਾਰੇ ਨਗਰ ਸਨ। ਬਹੁਤ ਵੱਡੇ ਅਹਿਲਕਾਰ ਬਾਦਸ਼ਾਹ ਦੀਆਂ ਫੌਜਾਂ ਦੇ ਮੁਖੀ ਉੱਤੇ ਹਜ਼ਾਰਾਂ ਥਾਨ ਮਹੀਪ ਕਹਿਣ ਲੱਗੇ ਐਸੇ ਹਜ਼ਾਰਾਂ ਸਨ ਜਿਨ੍ਹਾਂ ਦਾ ਬਹੁਤ ਵੱਡਾ ਬਾਦਸ਼ਾਹ ਦੇ ਘਰ ਦੇ ਵਿੱਚ ਸਤਿਕਾਰ ਸੀਗਾ। ਪਰ ਹੁਣ ਹੋਤੇ ਹਜ਼ਾਰਾਂ ਥਾਨ ਮਹੀਪ ਜਿਹੜੇ ਲੜਤ ਜੰਗ ਮੈਂ ਸੋ ਸਭ ਮਾਰੇ। ਕਹਿਣ ਜੰਗ ਦੇ ਮੈਦਾਨ ਦੇ ਵਿੱਚ ਸਾਰੇ ਖਤਮ ਕਰ ਦਿੱਤੇ ਸਨ। ਉਹਨਾਂ ਦੇ ਜਿਹੜੇ ਸਾਕ ਸੰਬੰਧੀ ਰਿਸ਼ਤੇ ਰਹਿ ਰਹੇ ਹਨ। ਔਰ ਸਤਿਗੁਰੂ ਜੀ ਜਾਣਦੇ ਸਨ ਕਿ ਹੁਣ ਉਹ ਬਹੁਤ ਵੱਡੀ ਵਿਰੋਧਤਾ ਕਰਨਗੇ, ਈਰਖਾ ਕਰਨ। ਵਾਰ ਸਿੱਖ ਹਨ ਉਹਨਾਂ ਨਾਲ ਇਸ ਤਰ੍ਹਾਂ ਦੀ ਈਰਖਾ ਇਹ ਜਿਹੜੇ ਨਗਰ ਹਨ ਪਠਾਨ ਇਹਨਾਂ ਦੇ ਵਿੱਚ ਪੈਦਾ ਹੋਣੀ ਸੁਭਾਵਿਕ ਹੀ ਹੈ। ਮਾਰੇ ਪ੍ਰੇਮ ਤੇ ਹੋਏ ਮਨ ਭੰਗ ਤੇ ਸਾਹਿਬ ਪਾਤਸ਼ਾਹ ਧੰਨ ਗੁਰੂ ਇਹ ਜਿਹੜੇ ਰਿਸ਼ਤੇਦਾਰ ਜਾਂ ਘਰਾਂ ਦੇ ਵਿੱਚੋਂ ਅਹਿਲਕਾਰ ਜਾਂ ਸੈਨਾ ਦੇ ਸੈਨਾਪਤੀ ਜਿਹੜੇ ਸਨ ਮਰੇ ਬਰਿੰਦ ਤੇ ਹੋਏ ਮਨ ਭੰਗ ਆਪਣੇ ਸਾਥੀਆਂ ਦੇ ਪਰਿਵਾਰਾਂ ਦੀ ਹਾਲ ਹੈ ਉਹਦੀ ਦੂਰੀ ਬਣਾਉਣਾ ਚਾਹੁੰਦੇ ਹਨ। ਚਿਤਵਤ ਭੇ ਸੋਢੀ ਸਿਰ ਮਾਰ ਔਰ
ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਤਾਂ ਆਪ ਬਾਬਾ ਬੁੱਢਨ ਸਾਹਿਬ ਜੀ ਦੇ ਕੋਲ ਜਾਣਾ ਹੈ, ਤੇ ਇੱਕ ਕਾਰਨ ਇਹ ਹੈ ਕਿ ਕਰਤਾਰਪੁਰ ਸਾਹਿਬ ਦੇ ਦੁਆਲੇ ਦੁਆਲੇ ਸਰੀਰਾਂ ਦੇ ਢੇਰ ਲੱਗੇ ਹਨ। ਸੁਬਹ ਤੱਕ ਬਦਬੂ ਆਉਣ ਲੱਗ ਜਾਏਗੀ। ਕੁਝ ਸਰੀਰ ਜਿਹੜੇ ਅਜੇ ਦੂਰ ਤੱਕ ਖਿਲਰੇ ਹਨ। ਇਸ ਤਰ੍ਹਾਂ ਦਾ ਜਦੋਂ ਕਰਤਾਰਪੁਰ ਸਾਹਿਬ ਦਾ ਹਾਲ ਹੋਇਆ ਹੈ ਤੇ ਸਤਿਗੁਰੂ ਜੀ ਕੁਝ ਸਮੇਂ ਬਾਅਦ ਸਭ ਤੋਂ ਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਕੋਲ ਸੱਦਿਆ ਹੈ। ਕਹਿਤ ਪਾਏ ਹਮ ਕੀਨ ਸਤਿਆਰਾ ਵਿਧੀ ਚੰਦ ਪਾਸੇ ਜਾਣਾ ਹੈ ਬਾਬਾ ਬੁੱਢਣ ਕੋਲ। ਕਹਿਤ ਪਾਏ ਇਸ ਕਰਕੇ ਹੈ ਬਾਬਾ ਵਿਧੀ ਚੰਦ ਸਾਡਾ ਔਰ ਅਸੀਂ ਅਸੀਂ ਟਿਕਾਣਾ ਜਿਹੜਾ ਹੈ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਹੁਣ ਕਰਾਂਗੇ। ਕਹਿਣ ਲੱਗੇ ਤੁਸੀਂ ਘਰ ਦੇ ਵਿੱਚ ਜਾਓ ਔਰ ਤਿਆਰ ਕਰੀ ਜੈ ਤੇ ਸਾਰੇ ਪਾਲਕੀਆਂ ਰੱਥ ਬੈਲ ਗੱਡੀਆਂ ਸਾਰੀ ਤਿਆਰੀ ਕਰ ਲਈ ਜਾਏ ਵਸਤ ਸੰਗ ਭਰ ਤੇ ਬੈਲ ਰਸਤਾਂ ਲੱਦ ਲਈਆਂ ਜਾਣ ਪ੍ਰੇਮਤ ਲੀਜੈ ਤੇ ਹੁਣ ਬਹੁਤਾ ਸਮਾਂ ਨਹੀਂ ਲਾਉਣਾ। ਲਾਲਚ ਪ੍ਰੇਵਤ ਲੀਜੈ ਕਹਿਣ ਲੱਗੇ ਕਿਸੇ ਚੀਜ਼ ਦੇ ਨਾਲ ਬਹੁਤਾ ਸਨੇਹ ਨਹੀਂ ਕਰਨਾ। ਸ਼੍ਰੀ ਕਰਤਾਰਪੁਰ ਸਾਹਿਬ ਨਾਲ ਬਹੁਤਾ ਸਨੇਹ ਨਹੀਂ ਕਰਨਾ। ਆਪਾਂ ਅੱਗੇ ਚੱਲਣਾ ਹੈ ਕਿ ਭਾਈ ਤਿਆਰੀ ਕਰ ਲਈ ਜਾਵੇ ਆਪਰ ਸਰਬ ਹੀ ਤਿਆਗਣ ਕੀਜੈ ਔਰ ਬਾਕੀ ਸਾਰਾ ਕੁਝ ਜ਼ਰੂਰੀ ਸਮਾਨ ਦਾ ਬਾਕੀ ਦਲ ਦਾ ਇੱਥੇ ਖੜ ਕੇ ਇੰਤਜ਼ਾਰ ਕਰਦੇ ਹਾਂ। ਜਥਾ ਜੋਗ ਦੀਜੈ ਅਸਵਾਰੀ ਔਰ ਜਿਸ ਨੂੰ ਜਿਸ ਤਰ੍ਹਾਂ ਦੀ ਸਵਾਰੀ ਦੀ ਲੋੜ ਹੈ, ਪਰ ਸਾਡੇ ਸਾਹਿਬਜ਼ਾਦਿਆਂ ਨੂੰ ਜਾਂ ਹੋਰ ਸਿੱਖਾਂ ਨੂੰ ਉਹਨਾਂ ਨੂੰ ਜਿਸ ਤਰ੍ਹਾਂ ਦੀ ਤਿਆਰੀ ਦੀ ਲੋੜ ਹੈ, ਰੱਥ ਦੀ, ਘੋੜਿਆਂ ਦੀ ਜਾਂ ਪਾਲਕੀ ਦੀ, ਉਹ ਸਾਰਾ ਪ੍ਰਬੰਧ ਸੰਗ ਸਰਬ ਕਰ ਸਾਰੇ ਤਰ੍ਹਾਂ ਦੀ ਤਿਆਰੀ ਕਰਕੇ ਛੇਤੀ ਦੇ ਨਾਲ ਇੱਥੇ ਪਹੁੰਚ ਜਾਵੋ ਜੀ। ਪਾਤਸ਼ਾਹ ਜੀ ਦਾ ਹੁਕਮ ਪ੍ਰਾਪਤ ਕਰਕੇ ਬਾਬਾ ਵਿਧੀ ਚੰਦ ਜੀ ਗਏ ਹਨ ਸੁਨਾਏ ਹੁਕਮ ਗੁਰ ਪੂਰਨ ਔਰ ਛੇਵੇਂ ਪਾਤਸ਼ਾਹ ਜੀ ਦਾ ਜਿਹੜਾ ਹੁਕਮ ਹੈ ਸਤਿਗੁਰਾਂ ਦੇ ਮਹਿਲਾਂ ਦੇ ਵਿੱਚ ਕਰਤਾਰਪੁਰ ਦੀ ਨਗਰੀ ਵਿੱਚ ਜਾਂ ਕਿਲੇ ਦੇ ਵਿੱਚ ਜਿਹੜੇ ਗੁਰੂ ਕਾ ਪਰਿਵਾਰ ਸਾਰਿਆਂ ਨੂੰ ਜਿਸ ਤਰ੍ਹਾਂ ਪਾਤਸ਼ਾਹ ਜੀ ਨੇ ਹੁਕਮ ਕੀਤਾ ਬਾਬਾ ਵਿਧੀ ਚੰਦ ਜੀ ਨੇ ਸੁਣਾ ਦਿੱਤਾ ਹੈ। ਪਤੀ ਕੇ ਛੇਵੇਂ ਸਤਿਗੁਰਾਂ ਦਾ ਹੁਕਮ ਪ੍ਰਾਪਤ ਕਰਕੇ ਮਾਤਾ ਮਰਵਾਹੀ ਜੀ, ਮਾਤਾ ਨਾਨਕੀ ਜੀ ਨੇ ਜ਼ਰੂਰੀ ਜਿਹੜੀਆਂ ਵਸਤੂਆਂ ਸਨ ਕਾਲੀ ਦੇ ਨਾਲ ਸਾਰੀਆਂ ਸੰਭਾਲ ਲਈਆਂ ਹਨ। ਚੰਦ ਕੇ ਹਾਥ ਕਰ ਲਾ ਔਰ ਬਾਬਾ ਵਿਧੀ ਧਿਆਨ ਦੇ ਨਾਲ ਗੱਡੀਆਂ ਤੇ ਬੈਲ ਗੱਡੀਆਂ ਸੋਹਣੇ ਢੰਗ ਦੇ ਨਾਲ ਸਾਰਾ ਜਿਹੜਾ ਸਮਾਨ ਹੈ ਉਹਨੂੰ ਸੰਭਾਲਿਆ ਹੈ, ਲੱਦਿਆ ਹੈ। ਚੌਪਾਈ ਕੋਇਰ ਸੂਰਜ ਮਲਦਾਰਾ ਜਿਹੜੀ ਬਾਬਾ ਸੂਰਜਮਲ ਜੀ ਦੇ ਸੁਪਤਨੀ ਹਨ ਬਾਬਾ ਘਰ ਵਾਲੀ ਬੀਬੀ ਖੇਮ ਕੌਰ ਜੀ ਉਸ ਵੇਲੇ ਤਿਆਰ ਹੋਏ ਹਨ। ਦੁਖਾ ਗੁਜਰੀ ਤੁਤੀ ਉਦਾਰਾ ਔਰ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨਵੇਂ ਪਾਤਸ਼ਾਹ ਪਹਿਲਾਂ ਵਿਆਹ ਹੋਇਆ ਹੈ ਤੇ ਇਹਨਾਂ ਦਾ ਵਿਆਹ ਮਾਤਾ ਗੁਜਰੀ ਜੀ ਦੇ ਨਾਲ ਹੋਇਆ ਹੈ
ਤੇ ਇਹ ਵੀ ਝੱਟ ਉਸੇ ਵੇਲੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਪ੍ਰਾਪਤ ਕਰਕੇ ਢਾਏ ਰਚਰ ਜੋ ਦੇ ਨਾਲ ਸਤਿਗੁਰਾਂ ਕਰਕੇ ਡੋਡਿਆਂ ਦੇ ਵਿੱਚ, ਪਾਲਕੀਆਂ ਵਿੱਚ, ਰਥਾਂ ਤੇ ਗੁਰੂ ਪਰਿਵਾਰ ਸਾਰਾ ਤਿਆਰ ਹੋਇਆ ਹੈ। ਜਿੱਥੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਰੁਕੇ ਸਨ, ਉਧਰਲੇ ਪਾਸੇ ਸਾਰੇ ਇਹ ਗਏ ਹਨ। ਦੁਆਇ ਖਾਸੇ ਇੱਕ ਪਰ ਮਰਵਾਹੀ। ਤੇ ਕਹਿਣ ਲੱਗੇ ਦੋ ਪਾਲਕੀਆਂ, ਜਿਹਦੇ ਵਿੱਚ ਇੱਕ ਦੇ ਸ੍ਰੀ ਹਰਿ ਰਾਏ ਨਿਕਟ ਥਿਰ ਕਰੇ। ਔਰ ਇਸੇ ਤਰ੍ਹਾਂ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ, ਜਿਨ੍ਹਾਂ ਦੇ ਬਾਅਦ ਵਿੱਚ ਬਾਬਾ ਗੁਰਦਿੱਤਾ ਸ੍ਰੀ ਚੰਦ ਸਿੱਖ ਔਰ ਇਸੇ ਦੇ ਸਾਰਾ ਝਾਟੀ ਤਿਆਰ ਹੋਇਆ। ਸਕਲ ਭਈ ਬਹਿਲਨ ਅਸਵਾਰ। ਆਪਣੀਆਂ ਸਵਾਰੀਆਂ ਜਿਸ ਜਿਸ ਰੰਗ ਦੀ ਤਿਆਰੀ ਕੀਤੀ ਹੋਈ ਹੈ, ਕਰਤਾਰਪੁਰ ਸਾਹਿਬ ਜੀ ਦੇ ਪਾਵਨ ਅਸਥਾਨ ਤੋਂ ਚੱਲੇ ਹਨ। ਚਾਰ ਸਪੁੱਤਰ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਹਨ। ਔਰ ਇਸੇ ਤਰ੍ਹਾਂ ਗੁਰੂ ਘਰ ਦਾ ਅੱਗੇ ਬਾਬਕ ਜੀ ਦਾ ਨਾਮ, ਉਹ ਵੀ ਨਾਲ ਚੱਲਿਆ ਹੈ। ਉਹਦੀ ਦਾਰਾ, ਉਹਦੀ ਪਤਨੀ, ਇਹ ਗੁਰੂ ਪਰਿਵਾਰ ਦੇ ਨਾਲ ਸਾਰੇ ਸ਼ਾਮਲ ਹਨ। ਤੇ ਚਾਚੀ ਆਪਣੇ ਆਪਣੇ ਸਾਧਨ ਸਾਰੇ ਲੱਗੇ ਕਿ ਹੁਣ ਬਾਬਾ ਵਿਧੀ ਇਸ ਔਰ ਇਸ ਸਾਹਿਬ ਜੀ ਦੇ ਸਾਂਢੂ ਜੀ ਸ੍ਰੀ ਹਰਿਗੋਬਿੰਦ ਨਿਕਟ ਹਕਾਰੇ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਦਾ ਪ੍ਰਬੰਧ ਕੀਤਾ ਹੈ। ਕੁਛ ਤੰਬੂ ਲੱਗੇ ਸਨ, ਜੜੀਆਂ ਬੂਟੀਆਂ ਦਵਾਈਆਂ ਦਾ ਪ੍ਰਬੰਧ ਹੈ। ਰਿਹਾ ਹੈ ਤੇ ਸਤਿਗੁਰਾਂ ਨੇ ਕੋਲ ਸੱਦ ਕੇ ਕਿਰਪਾ ਦ੍ਰਿਸ਼ਟੀ ਕੀਤੀ ਹੈ, ਹੌਸਲਾ ਦਿੱਤਾ ਹੈ। ਸੇਵਾ ਦੇ ਵਿੱਚ ਕੁਝ ਸੇਵਕ ਛੱਡੇ ਹਨ। ਈੜਾ ਹਰੀ ਸਕਲ ਕੀ ਜਵੈ। ਔਰ ਸਤਿਗੁਰ ਦ੍ਰਿਸ਼ਟੀ ਦੇ ਨਾਲ ਸਾਰੇ ਹਮੇਸ਼ਾ ਨਾਲ, ਇਸ ਵੇਲੇ ਵੀ ਨਾਲ ਹਨ। ਵੱਡਾ ਦਲ ਸਤਿਗੁਰਾਂ ਧਰੇ ਤਹਾਹੀ ਸਰਬ ਸੰਭਾਰੇ। ਜਿਹੜੇ ਦੀ ਸਾਰੇ ਸੰਭਾਲ ਕੀਤੀ ਗਈ ਹੈ। ਸਰੀਰ ਜਿਹੜੇ ਖਿਲਰੇ ਸਨ, ਉਹਨਾਂ ਦੀ ਵੀ ਸੰਭਾਲ ਪਾਤਸ਼ਾਹ ਜੀ ਨੇ ਕਰਵਾਈ ਹੈ। ਔਰ ਹੁਣ ਕਰਨਾ ਦੇ ਪ੍ਰਭ ਜੀ ਚਲ ਆਏ ਸਮੁਦਾਈ। ਇਹ ਪਾਤਸ਼ਾਹ ਸਾਰਾ ਦਲ ਆਗਿਆ ਦੇ ਵਿੱਚ ਤਿਆਰ ਬਰ ਤਿਆਰ ਹੋ ਗਿਆ ਹੈ ਚੱਲਣ ਵਾਸਤੇ। ਤੇ ਜ਼ਰੂਰੀ ਲੋੜੀ ਦੀ ਜਿਹੜੀ ਵਸਤੂ ਸੀਗਾ, ਸਮਾਨ ਹੈ, ਤੁਹਾਡੀ ਆਗਿਆ ਦੇ ਨਾਲ ਉਹ ਲੱਦ ਲਿਆ ਗਿਆ ਹੈ। ਸਮਾਜ ਸੰਗ ਕਰ ਲਿਓ। ਤੇ ਔਰ ਜਿਨ੍ਹਾਂ ਜਿਨ੍ਹਾਂ ਬਹਾਦਰ ਯੋਧਿਆਂ ਨੂੰ ਔਰ ਪਰਿਵਾਰ ਨੂੰ ਤੁਸੀਂ ਹੁਕਮ ਸਾਰੇ ਧੀਰ ਮਾਲਕੋ ਕਹਿਓ ਕਨੇਰੇ। ਪਰ ਇਹ ਪਾਤਸ਼ਾਹ ਲੱਜੀ, ਉਹਨਾਂ ਨੂੰ ਵੀ ਤੁਹਾਡਾ ਹੁਕਮ ਸੁਣਾਇਆ ਗਿਆ ਹੈ। ਉਹਨਾਂ ਨੂੰ ਵਾਰ-ਵਾਰ ਕਿਹਾ ਗਿਆ ਹੈ ਸੋ ਨਾ ਆਏ ਬਰਾਬਰ ਨੇਰੇ। ਅੱਛਾ, ਬਾਬਾ ਧੀਰ ਮੱਲ ਜੀ ਸੰਗ ਨਹੀਂ ਕਰਨਾ ਚਾਹੁੰਦੇ, ਬਾਕੀ ਪਰਿਵਾਰ ਦੇ ਨਾਲ ਰਹਿਣਾ ਨਹੀਂ ਚਾਹੁੰਦੇ ਹਨ। ਬਕਰ ਬਾਕ ਪ੍ਰਤੀਕੂਲ ਉਚਾਰਾ। ਔਰ ਜਦੋਂ ਅਸੀਂ ਉਹਨਾਂ ਨੂੰ ਨਾਲ ਚੱਲਣ ਵਾਸਤੇ ਕਿਹਾ, ਉਹਨਾਂ ਨੇ ਬੜੇ ਕਠੋਰ ਵਚਨ ਵਾਲਾ ਵਚਨ ਨਹੀਂ ਕੀਤਾ ਹੈ।
ਆਪਣੀ ਮਾਤਾ ਨੂੰ ਵੀ ਉਹਨਾਂ ਨੇ ਕੋਲ ਰੱਖਿਆ ਹੈ। ਔਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਨਾਲ ਸਨੇਹ ਕਰਦੇ ਹਨ। ਦੇ ਬਚਨ ਕੁਝ ਠੀਕ ਹਨ। ਇਹ ਜਿਹੜਾ ਨਗਰ ਹੈ ਇਹ ਵਸਾਇਆ ਹੈ ਮਿਲੇਗੀ। ਜੈਸੇ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਸਾਹਿਬ ਜੀ ਦੇ ਉਹਨਾਂ ਦੇ ਅੰਦਰ ਇੱਛਾ ਸੀ ਕਿ ਗੁਰਤਾ ਗੱਦੀ ਭਾਈ ਲਹਿਣਾ ਜੀ ਨੂੰ। ਇਸੇ ਤਰ੍ਹਾਂ ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ ਗੁਰੂ ਅੰਗਦ ਸਾਹਿਬ ਜੀ ਦੇ ਸੁਪੁੱਤਰ ਵੀ ਕਦੇ ਨਿਰਾਜ ਹੋਏ ਸਨ। ਔਰ ਬਾਬਾ ਮੋਹਨ ਜੀ ਬਾਬਾ ਮੋਹਰੀ ਜੀ ਗੁਰੂ ਅਮਰਦਾਸ ਜੀ ਦੇ ਸੁਪੁੱਤਰ, ਇਹਨਾਂ ਦੇ ਅੰਦਰ ਵੀ ਇੱਛਾ ਸੀਗੀ। ਪਰ ਕੁਝ ਕੁ ਸਮੇਂ ਬਾਅਦ ਚਲੋ ਉਹ ਤਾਂ ਆਪਣੇ ਆਨੰਦ ਦੇ ਵਿੱਚ ਰਹੇ, ਪਰ ਅੱਗੇ ਜਾ ਕਰਕੇ ਬਾਬਾ ਪ੍ਰਿਥੀ ਚੰਦ ਗੁਰੂ ਰਾਮਦਾਸ ਜੀ ਦੇ ਵੱਡੇ ਸੁਪੁੱਤਰ, ਇਹਨਾਂ ਨੇ ਬਹੁਤ ਵੱਡੀ ਈਰਖਾ ਗੁਰੂ ਘਰ ਦੇ ਨਾਲ ਕੀਤੀ ਹੈ। ਕਈ ਵਾਰ ਈਰਖਾ। ਔਰ ਇਸੇ ਤਰ੍ਹਾਂ ਜਿਸ ਤਰ੍ਹਾਂ ਬਾਬਾ ਪ੍ਰਿਥੀ ਚੰਦ ਜੀ ਨੇ, ਠੀਕ ਹੈ ਬਾਕੀ ਪਰਿਵਾਰ ਦੇ ਵਿੱਚ ਵੀ ਕਈ ਵਾਰੀ ਰੋਸ ਪੈਦਾ ਹੁੰਦਾ ਰਿਹਾ ਹੈ, ਪਰ ਪ੍ਰਿਥੀ ਚੰਦ ਜੀ ਨੇ ਤਾਂ ਬਹੁਤ ਵੱਡੀ ਦੁਸ਼ਮਣੀ ਕੀਤੀ ਹੈ, ਵਿਰੋਧਤਾ ਕੀਤੀ ਹੈ। ਅੱਗੇ ਜਾ ਕਰਕੇ ਇਹ ਬਾਬਾ ਧੀਰ ਬਾਬਾ ਪ੍ਰਿਥੀ ਚੰਦ ਜੀ ਦੇ ਵਾਂਗ ਹੀ ਵੱਡੀ ਈਰਖਾ ਕਰਦਾ ਹੈ। ਕਈ ਵਾਰ ਗੁਰੂ ਘਰ ਦੀ ਵਿਰੋਧਤਾ ਕਰਦਾ ਹੈ। ਮਨ ਦੇ ਵਿੱਚ ਬਹੁਤ ਵੱਡਾ ਲਾਲਚ ਇਹਨਾਂ ਦੇ ਰਿਹਾ ਹੈ। ਤੇ ਸ਼ੁਰੂ ਬਾਬਾ ਪ੍ਰਿਥੀ ਚੰਦ ਬਾਬਾ ਧੀਰਮਲ ਜਿਹੜਾ ਹੈ ਇਹ ਆਪਣੇ ਹਿਸਾਬ ਦੇ ਨਾਲ ਚੱਲਦਾ ਹੈ, ਕਈ ਵਾਰ ਵਿਰੋਧਤਾ ਕਰਦਾ ਹੈ। ਤੇ ਕਹਿਣ ਲੱਗਾ ਕਿ ਭਾਈ ਅਸੀਂ ਨਹੀਂ ਤੁਰਕਾਂ ਦੇ ਨਾਲ ਵੈਰ ਕਰਨਾ ਚਾਹੁੰਦੇ, ਔਰ ਅਸੀਂ ਤਾਂ ਤੁਰਕਾਂ ਦੇ ਨਾਲ ਮਿਲ ਕੇ ਹੀ ਚੱਲਾਂਗੇ। ਔਰ ਇਹ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀਓ, ਬਾਬਾ ਧੀਰਮਲ ਨੇ ਤਾਂ ਗੁਰਬਾਣੀ ਦਾ ਸਰੂਪ ਵੀ ਰੱਖ ਲਿਆ ਹੈ। ਔਰ ਪਰ ਬਾਬਾ ਧੀਰਮਲ ਨੇ ਅੰਮ੍ਰਿਤ ਗੁਰਬਾਣੀ ਦਾ ਸਰੂਪ ਨਹੀਂ ਦਿੱਤਾ ਹੈ, ਗੁਰਬਾਣੀ ਨਹੀਂ ਦਿੱਤੀ ਹੈ। ਉਸ ਨੂੰ ਕਿਹਾ ਪਰ ਉਹਨੇ ਅੰਮ੍ਰਿਤ ਬਾਣੀ ਦਾ ਸਰੂਪ ਲੁਕਾ ਲਿਆ ਹੈ। ਖੋਜਦੇ ਰਹੇ, ਭਾਲ ਕਰਦੇ ਰਹੇ, ਪਰ ਹੱਥ ਨਹੀਂ ਆਇਆ ਹੈ। ਤੇ ਕਹਿਣ ਲੱਗੇ ਕੋਠੜੀ ਦੇ ਵਿੱਚ ਗ੍ਰੰਥ ਤਾਲਾ ਲਾ ਕਰਕੇ ਤੇ ਧੀਰਮਲ ਕਈ ਤਰ੍ਹਾਂ ਦੇ ਬਹਾਨੇ ਬਣਾ ਰਿਹਾ ਹੈ। ਤੇ ਆਖਦਾ ਵਾਰ-ਵਾਰ ਕਿ ਭਾਈ ਅੰਮ੍ਰਿਤ ਗੁਰਬਾਣੀ ਦਾ ਸਰੂਪ ਮੈਂ ਰੱਖਣਾ ਹੈ। ਜਿਸ ਤਰ੍ਹਾਂ ਗੁਰੂ ਸਾਹਿਬਾਨ ਦੀ ਬਾਣੀ ਕੋਲ ਰੱਖਦਾ ਵੀ ਸੀਗਾ, ਤੇ ਬਾਬਾ ਪ੍ਰਿਥੀ ਚੰਦ ਕਈ ਵਾਰੀ ਝੂਠੀ ਬਾਣੀ, ਕੱਚੀ ਬਾਣੀ ਉਸ ਬਾਣੀ ਦੇ ਵਿੱਚ ਮਿਲਾ ਕਰਕੇ ਤੇ ਵੰਡਦਾ ਵੀ ਸੀਗਾ। ਜਿਸ ਤਰ੍ਹਾਂ ਕਈ ਵਾਰੀ ਬਾਬਾ ਮੋਹਨ ਜੀ ਨੇ ਅੰਮ੍ਰਿਤ ਬਾਣੀ ਦੀਆਂ ਪੋਥੀਆਂ ਦੇਣ ਤੋਂ ਮਨਾ ਕਰ ਦਿੱਤਾ ਸੀ ਗੁਰੂ ਅਰਜਨ ਦੇਵ ਜੀ ਨੂੰ, ਕਿ ਸ਼ਾਇਦ ਇਹ ਜੇ ਪੋਥੀਆਂ ਸਾਡੇ ਕੋਲ ਹੋਣਗੀਆਂ ਤੇ ਅਸੀਂ ਗੁਰੂ ਹੋਵਾਂਗੇ। ਦੇਖੋ ਅਸਲ ਦੇ ਵਿੱਚ ਗੁਰੂ ਤਾਂ ਕਿਰਪਾ ਦੇ ਨਾਲ, ਖੁਸ਼ੀ ਦੇ ਨਾਲ, ਤੇ ਜਿਹੜੀ ਜੋਤ ਹੈ ਬਣਦਾ ਹੈ, ਭਾਵੇਂ ਕਈਆਂ ਨੇ ਬੜੇ ਕਰ ਲਏ। ਹੁਣ ਪ੍ਰਿਥੀ ਚੰਦ ਵੀ ਮੁਆਫ ਕਰਨਾ, ਧੀਰਮਲ ਵੀ ਇਸ ਤਰ੍ਹਾਂ ਦੀ ਮਨ ਦੇ ਵਿੱਚ ਈਰਖਾ ਰੱਖਦਾ ਹੈ। ਔਰ ਕਹਿਣ ਲੱਗੇ ਸਤਿਗੁਰੂ ਜੀ ਹੁਣ ਪੋਥੀਆਂ ਜਿਹੜੀਆਂ ਹਨ, ਕਹੈ ਸੋ ਮੈਂ ਇਹ ਰਾਖਣ ਕਰੋ, ਇਸ ਕੀ ਆਸ ਏਕ ਮਨ ਧਰੋ। ਔਰ ਇਹਨਾਂ ਦੀ ਮੈਂ ਆਸ ਰੱਖਦਾ, ਸਤਿਕਾਰ ਇਹਨਾਂ ਨੂੰ ਰੱਖਣਾ ਹੈ। ਤੇ ਮੇਰਾ ਇਹਦੇ ਨਾਲ ਹੈ, ਅੰਮ੍ਰਿਤ ਬਾਣੀ ਦੇ ਤੋਂ ਬਿਨਾਂ ਤਾਂ ਮੇਰਾ ਗੁਜ਼ਾਰਾ ਨਹੀਂ ਹੈ। ਔਰ ਬਹੁਤ ਵੱਡਾ ਖਾਣ ਪੀਣ ਦਾ ਸਾਡਾ ਖਰਚ ਵੀ, ਇਸ ਕਰਕੇ ਕੁਝ ਵਸਤੂਆਂ ਜਿਹੜੀਆਂ ਹਨ, ਕੁਝ ਪਦਾਰਥ ਜਿਹੜੇ ਹਨ, ਇਹ ਬਾਬਾ ਧੀਰਮਲ ਨੇ ਤੇ ਸਹਿਬ ਪਾਤਸ਼ਾਹ ਧੰਨ ਗੁਰੂ ਜੀ ਨੇ ਬਚਨ ਕੀਤਾ,
ਕਹਿਣ ਲੱਗੇ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਧੀਰ ਮੱਲ ਹੈ ਨਾ, ਇਹ ਵੀ ਬਹੁਤ ਵੱਡਾ ਬਖੇੜਾ, ਬਹੁਤ ਵੱਡੀ ਈਰਖਾ ਕਰੇਗਾ। ਕਹੋ ਤਾ ਲੈ ਆਵੇਂ ਇਸ ਡੇਰਾ। ਔਰ ਬਾਬਾ ਵਿਧੀ ਚੰਦ ਜੀ ਕਹਿਣ ਲੱਗੇ, ਪਰ ਹੇ ਪਾਤਸ਼ਾਹ, ਜੇ ਤੁਹਾਡਾ ਹੁਕਮ ਹੋਵੇ ਨਾ ਤੇ ਮੈਂ ਜਾ ਕਰਕੇ ਅੰਮ੍ਰਿਤ ਬਾਣੀ ਦੇ ਜਿਹੜੇ ਸਰੂਪ ਉਹ ਲਿਆ ਲਖੀ ਖੁਟਾਈ। ਤੇ ਕਹਿਣ ਲੱਗੇ ਕਿ ਉਸ ਵੇਲੇ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਿੰਘ ਗਰੀਬ ਲੱਗੇ ਕਿ ਸ਼੍ਰੀ ਹਰਗੋਬਿੰਦ ਲਖੀ ਖੁਟਾਈ। ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਠੀਕ ਨਹੀਂ ਸਮਝਿਆ। ਗਰੀਬ ਨਿਵਾਜ ਪਾਤਸ਼ਾਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੇ ਪਹਿਲਾਂ ਵੀ ਤੁਰਕਾਂ ਦੇ ਕੇ ਭੇਜੀ ਤੇ ਕੁਝ ਸਮਾਂ ਪਹਿਲਾਂ ਵੀ ਧੀਰਮਲ ਨੇ ਕੁਝ ਅਪਰਾਧ ਕੀਤੇ ਹਨ ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨਹੀਂ ਚਾਹੁੰਦੇ ਇਸ ਵੇਲੇ ਕੋਈ ਇਹਨੂੰ ਧੀਰਮਲ ਨੂੰ ਸਜ਼ਾ ਦਿੱਤੀ ਜਾਏ, ਪਰ ਬਚਨ ਪਾਤਸ਼ਾਹ ਜੀ ਨੇ ਜ਼ਰੂਰ ਕਰ ਦਿੱਤਾ। ਕਹਿਣ ਲੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਗੁਰੂ ਘਰ ਦੇ ਨਾਲ ਬਾਕੀ ਪਰਿਵਾਰ ਦੇ ਨਾਲ ਰਲ ਕੇ ਨਹੀਂ ਚੱਲੇਗਾ। ਜੇ ਨਹੀਂ ਸੀ ਚੱਲੇ, ਆਉਣ ਵਾਲੇ ਸਮੇਂ ਦੇ ਵਿੱਚ ਤੇ ਵਿਰੋਧ ਵਾਰੀ ਹੋ ਜਾਣਾ। ਇਸ ਤੋਂ ਜਿਹੜਾ ਹੈ ਅਗਲੇ ਦੀਵਾਨਾਂ ਦੇ ਵਿੱਚ ਕੱਲ ਦੇ ਆਪਾਂ ਸਰਵਣ ਕਰਾਂਗੇ, ਕਿਵੇਂ ਪਾਤਸ਼ਾਹ ਜੀ ਅੱਗੇ ਜਾ ਕਰਕੇ ਫਿਰ ਬਾਬਾ ਬੁੱਢਣ ਸ਼ਾਹ ਦੇ ਕੋਲ ਪਹੁੰਚਦੇ ਹਨ, ਉਹਦੀ ਬੰਦ ਖਲਾਸੀ ਕਰਦੇ ਹਨ, ਉਹਦੀ ਭਾਵਨਾ ਪੂਰੀ ਕਰਦੇ ਹਨ, ਦਰਸ਼ਨ ਦੀਦਾਰੇ ਦਿੰਦੇ ਹਨ, ਜਿਵੇਂ ਜਿਵੇਂ ਸੰਗਤਾਂ ਨੂੰ ਤਾਰਦੇ ਹਨ। ਆਉਣ ਵਾਲੇ ਸਮੇਂ ਦੇ ਵਿੱਚ ਪਾਤਸ਼ਾਹ ਜੀ ਦੇ ਘਰ ਦੇ ਬਚਨ ਆਪਾਂ ਕਰਦੇ ਜਾਵਾਂਗੇ। ਆਰੰਭ ਦਾਸ ਨੇ ਬੇਨਤੀ ਕੀਤੀ ਸੀ, ਕਿਉਂਕਿ ਜਾਂ ਪੁਰਾਣੇ ਜਿਹੜੇ ਧਰਮ ਸਨ ਦਾ ਆਪਾਂ ਸਾਰੇ ਗੁਰੂ ਕੇ ਚਰਨਾਂ ਦੇ ਵਿੱਚ ਸ਼ਰਧਾ ਦੇ ਨਾਲ ਗੁਰੂ ਘਰ ਦੇ ਵਿੱਚ ਆਉਂਦੇ ਹਾਂ, ਫਲਾਣਾ ਸਾਡਾ ਧਰਮ, ਪਰ ਤੁਸੀਂ ਟਾਰਗੇਟ ਕਰਦੇ ਹੋ, ਚੋਟ ਕਰਦੇ ਹੋ। ਕਰਕੇ ਮੈਂ ਥੋੜਾ ਜਿਹਾ ਸਿੱਧਾ ਕਰਾਂਗਾ ਕਿ ਦੇਖੋ ਇੱਕ ਸ਼ਬਦ ਹੈ ਬਲ। ਬਲ ਦਾ ਭਾਵ ਹੈ ਸ਼ਕਤੀਵਾਨ, ਜਿਹਦਾ ਬੰਦਾ ਜਿਹੜਾ ਸਮਰੱਥ ਹੈ, ਯੋਧਾ ਹੈ, ਬਹਾਦਰ ਹੈ, ਸ਼ਕਤੀਵਾਨ, ਬਲ ਵਾਲਾ। ਅਬਲਾ ਨਾਰੀ ਹੈ, ਇਸਤਰੀ ਹੈ, ਭਾਰਤ ਦੇ ਵਿੱਚ ਉਹਨੂੰ ਅਬਲਾ ਕਿਹਾ ਗਿਆ ਹੈ। ਅਬਲਾ ਕਿ ਨਹੀਂ ਹੈ, ਇਹਦਾ ਕੋਈ ਮਨੋਰਥ ਨਹੀਂ ਹੈ। ਬੰਦੇ ਦਾ ਜਿਹੜਾ ਜਨਮ ਹੈ ਪਵਿੱਤਰ ਹੈ, ਪਰ ਇੱਕ ਇਸਤਰੀ ਜਿਹੜੀ ਹੈ, ਜਿਸ ਤਰ੍ਹਾਂ ਸ਼ੂਦਰ ਨੂੰ ਲੋਕ ਹਨ, ਉਹਨਾਂ ਨੂੰ ਪਰਮਾਤਮਾ ਨੇ ਕੀਤਾ, ਹੋਰ ਉਹਨਾਂ ਦਾ ਛੋਟੀ ਵੱਲੋਂ ਕੀਤਾ ਗਿਆ। ਖੱਤਰੀ, ਬ੍ਰਾਹਮਣ ਤੇ ਵੈਸ਼ ਤੇ ਸਭ ਤੋਂ ਥੱਲੇ ਸ਼ੂਦਰ ਰੱਖੇ ਗਏ। ਇਸੇ ਤਰ੍ਹਾਂ ਸ਼ੂਦਰਾਂ ਦੀ ਤਰ੍ਹਾਂ ਹੀ ਇਸਤਰੀ ਨੂੰ ਵੀ ਉਸੇ ਕੈਟਾਗਰੀ ਦੇ ਵਿੱਚ ਗਿਆ ਹੈ ਤੇ ਇਸਤਰੀ ਨੂੰ ਜਿਉਂਦਿਆਂ ਨਾਲ ਸਾੜ ਦਿੱਤਾ ਜਾਂਦਾ ਸੀਗਾ। ਇਸਤਰੀ ਚੜ੍ਹਾਈ ਕਰ ਗਈ ਹੈ ਤੇ ਮਨੁੱਖ ਜਿਹੜਾ ਬੰਦਾ ਹੈ, ਉਹ ਭਾਵੇਂ ਕਿੰਨੇ ਵਿਆਹ ਕਰੀ ਜਾਵੇ, ਉਹਨੂੰ ਕੋਈ ਮਨਾ ਨਹੀਂ ਸੀਗਾ, ਉਹ ਦੁਬਾਰਾ ਰਹਿ ਸਕਦਾ ਸੀ। ਬੰਦੇ ਨੂੰ ਸਤੀ ਨਹੀਂ ਸੀ ਹੋਣਾ ਪੈਂਦਾ, ਇਸਤਰੀ ਨੂੰ ਸਤੀ ਹੋਣਾ ਪੈਂਦਾ ਸੀਗਾ। ਜੇ ਬੰਦਾ ਚੜ੍ਹਾਈ ਕਰ ਗਿਆ ਹੈ, ਹੈ ਸੇਵਾਦਾਰਨੀ ਹੈ, ਕਿਹਾ ਗਿਆ ਸੀਗਾ ਜੇ ਉਹ ਮਰ ਗਿਆ ਹੈ ਤੇ ਇਹਨੂੰ ਦਾ ਕੋਈ ਅਧਿਕਾਰ ਨਹੀਂ, ਛੱਡ ਦਿੱਤਾ ਜਾਂਦਾ ਸੀਗਾ। ਔਰ ਇਸਤਰੀ ਫਿਰ ਉਹ ਕੁਛ ਨਹੀਂ ਕਰ ਸਕਦੀ। ਇੱਕ ਗ੍ਰੰਥ ਦੇ ਵਿੱਚ ਢੋਰ ਸ਼ੂਦਰ ਨਾਰੀ ਜੇ ਪੰਚੋ ਤਾੜਨ ਕੇ ਹਿਤਕਾਰੀ, ਮੂਰਖ ਔਰ ਨਿਰਭਰ ਹੋਣਾ। ਇਸਤਰੀ
मैं तो कुछ नहीं कर सकती, ते मेरी जान दा, मेरी इज्जत दा, पत दा रखवाला तू है, तू मेरी रक्षा करनी है। ते इस्त्री जिहड़ी है ना तो वह बंदगी कर सकती सी, ना धार्मिक सकती सी, और घुंड नाल ही सड़ जाती सीगी। सती पातशाह धन गुरु अमरदास जी ने खत्म की सीगी कि नहीं भाई, जे ते इस्त्री भी कर सकती है, ये बराबरता। हुण प्राणी ये रक्षा बंधन पत दा रखवाला तू है, तू रक्षा करनी है। दास शायद एक दो दिन भी बेनती कर रहा सीगा कि देखो सह पातशाह धन गुरु ते गरीबन निवाज सह पातशाह धन गुरु नानक साहब जी ने अपनी रचना दे विच ये क्या है कि इस्त्री बराबर है, फर्क कोई नहीं है। इस तरह की रचना मालिक ने पुरुष की की है, उस तरह की रचना इस्त्री की की है। जिस तरह मनुख नूं अधिकार है भगती का, सिमरन का, पाठ पूजा का, बंदगी का, उस तरह का अधिकार इस्त्री नूं है। तो जिहड़े बचन ते मैं आउणा चाहुंदा, खास जिहड़ा बचन है वखरा वखरा जिक्र है। इस्त्री जिहड़ी है वो भगती नहीं कर सकती, उसकी मुक्ति नहीं हो सकती। जिहने मुक्ति लैनी है तो उन्होंने मर के ते दोबारा मनुख के जन्म दे विच आउणा पएगा, तां भगती कर सकती है, तां। पर गुरु गोबिंद सिंह जी गुरु नानक साहब जी ने जिथे इस्त्री नूं बराबरता का दर्जा, उत्थे फिर सह पातशाह ने ते जदों जद है बीबी भाग जी दे वांग इसवीं सस करके जंग के मैदानों के मुक्तसर साहब भाग कौर ने जंग भी किया। बीबी हरशरण कौर वर्गियां अनेकां उदाहरण, अनेकां बीबियां जिन्हां ने मीर मन्नो की जेल के विच रह करके भी तसीहे सहे पर अपना धर्म नहीं छड्डिया, कुर्बानी की, वड्डियां वड्डियां शहादतां कीतियां। ते जिस तरह सिखां ने कुर्बानियां कीतियां, जंग लड़े, सिख धर्म दे विच इस्त्री ने और अपनी रक्षा खुद की है। और हुण जे सतगुरां ने गात्रा पहना दिता है कि भाई करनी है, तो मैं कई बार बचन साझा किया भाई नूं कि रक्षा बंधन के हे भरावा करनी है। तो मैं कई बार बचन साझा करदा कि अज भैणां विदेशों के विच बैठियां भाई इधर हैं, जां भाई विदेशों के विच बैठा है, भैण इधर है, तो रक्षा कौन करेगा? कौन रक्षा करता है? गुरबाणी दे विच वचन है, राखा एक हमारा स्वामी मालिक है। रख ते ये वरती जा सकती है, बचा किया जा सकता है, पर धागिया ने नहीं बचाना। धागिया सिख धर्म दे विच मना है। इस करके कदे पंडित हरदयाल गुरु नानक साहब जी दे गल एक धागा पाउण लगा, जनेऊ पाउण लग्या, पातशाह जी ने मना कर दिता सीगा। इस करके भाई बेनती है, सतगुरां ने नहीं है कड़ा, ये सतगुरां ने सानू पक्का ही पहना दिता। पंजां ककारां दे विच कड़ा शामिल किया। कड़ा ते जिन्ने कड़ा पहनिया है उसकी फिर जिम्मेवारी बनती है, वो इज्जत पत दा रखवाला है। दिन धागा बन के
लोड़ नहीं है कि हे भरा मेरी जान दा मेरी इज्जत दा तू मेरी रखिया करनी है। सिखां नूं दे विच है कि जदों किते लोड़ पवे तुसीं रखवाली करनी है ते सिख भैणां नूं फिर छुड़ा करके आउंदे भी रहे हैं। वचन करके समाप्ति करा मैं कि देखो बाबे बकाले साहब जी की धरती ते रखड़ पुन्या देंदे रहे ते उदों फिर जिहड़े मदद करनी है कोल श्री साहब नहीं सी, शस्त्र नहीं सीगा। हुण भारत की मानसिकता गुलाम रह करके सदियां तक गुलाम रहा है भारत ते लोग इन्ने हो गए सन कि कदे जदों धन गुरु गोबिंद सिंह जी ने मैं शस्त्रधारी बना देना सारियां नूं ते पर लोग गुलामी दी जिंदगी हो गए सन ते गुलामी दी एडी तगड़ी आदत पै गई सीगी कि इकट्ठियां होंदियां सन। कोई भी नौजवान इस्त्री जी 15 साल तो 25 विच नहीं सी रहिंदी, जे कोई रह भी जावे तो उहदा परिवार जांदा सीगा। डरदे होए माँ बाप डरदे होए भरा बावां तो पकड़ के ते मुगलों के अगे ला के अपनी इहो जिहा हशर सीगा, इहो जी हालत सीगी भारत की। ते रखड़ी ने कुछ नहीं कीता ते शास्त्र ने कीता है। सिखां ने फिर उन्हां दे कोलों धीआं भैणां नूं खोह करके अमृतसर भी मुगलों का कब्जा सीगा, तरनताਰਨ भी ते बाबे बकाले साहब की धरती ते निहंग सिंह दे भरा हन के लिआंदा है। सानू मंडियां दे विच रोलनों बचाया है, ऐशो आराम का साधन बन तो बचाया है। इस करके सिखां ने बाबे बकाले की धरती ते क्या सीगा, कहन लगे नहीं है तुहाडे घरां दे विच पहुंचा के आवांगे। निहंग सिंघां दा कब्जा सीगा, उत्थे जोर सीगा, बल सीगा बाबा बकाला साहब जी की धरती ते। उत्थे फिर सुरक्षित थां ते भैणां दे नाल सिखां दी रखड़ी शास्त्रां ने बचाइयां हन। इस पक्का ही कड़ा पहना तेनों ये याद रहे कि तेरी ड्यूटी की है, तेरा धर्म की है, तेरा फर्ज की है। ये रक्षा बंधन है, इहदा साहब जी दी फोटोआं इस तरह दी बना दित्तियां हन। भैण नानकी जी दे विच रखड़ी बन रही है, पर उहदा साडे धर्म दे नाल कोई संबंध नहीं है, क्योंकि गुरु नानक साहब जी ने तो पंडित हरदयाल नूं 9 साल की उम्र दे विच ही जनेऊ पाउण तो धागा पाउण तो मना कर दिता सी। किवें रखड़ी बनवा सकदे सन? बाद कोई धागे दे नाल कोई संबंध नहीं है। संगत नूं बेनती सुचेत होइए, ध्यान सहित होइए और केवल शब्द ते गुरु ते शास्त्र ते भरोसा रखिए। इस नूं संगत नूं बेनती है। होइयां बेअंत प्रकार दीआं भुल्लां दी खिमा। आओ 1-2 मिनट वास्ते रागी सिंह पहुँच चुके हैं गुरु का कीर्तन करने वास्ते। अपनी रसना पवित्र करिए और जिहड़े साडे तिहार हैं, गुरपुरब हैं, जिन्हां दे नाल साडा संबंध। वाहिगुरू 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 वाहिगुरू
ਵਾਹਿਗੁਰੂ 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 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।